शांति पाने नु खाली दिल नु मैं हाले आया खाली दिल नु मैं हाले आया पाक रुदी बरकत पाने नु तेरे हजूर यीशु जी मैं आया तेरे हजूर यीशु जी मैं आया तूने अपने नाल तू तो दे मेरे चोरे को तूने अपने नाल तू तो दे मेरे चोरे को मैनू पवित्र करने वाला तेरा मालिक तू मैनू पवित्र करने वाला तेरा मालिक तू तू है मेहरबान तेरे हजूर यीशु जी मैं आया तेरे हजूर यीशु जी मैं आया आनंद शांति पाने नु खाली दिल नु मैं हाले आया खाली दिल नु मैं हाले आया पाक रुदी बरकत पाने नु तेरे हजूर यीशु जी मैं आया तेरे हजूर यीशु जी मैं आया सारी दुनिया फिर देखी कोई न लेता सारी दुनिया फिर देखी कोई न लेता शांति आनंद लब लब थकिया होया मैं बहुत लाचार शांति आनंद लब लब थकिया होया मैं बहुत लाचार तुम अंदर मेरी जान हालेलुया तेरे हजूर यीशु जी मैं आया तेरे हजूर यीशु जी मैं आया आनंद शांति पाने नु खाली दिल नु मैं हाले आया खाली दिल नु मैं हाले आया पाक रुदी बरकत पाने नु तेरे हजूर यीशु जी मैं आया तेरे हजूर यीशु जी मैं आया ਆਓ ਅਸੀਂ ਬੜੀ ਭਗਤੀ ਅਤੇ ਸ਼ਰਧਾ ਨਾਲ ਅੱਜ ਦੇ ਇਸ ਪਾਕ ਕੁਰਬਾਨ ਵਿੱਚ ਹਿੱਸਾ ਲਈਏ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। पाक मास की कुर्बानी पाक शरागत ना मरण की दवाई है। ਜਦੋਂ ਅਸੀਂ ਪਾਕ ਮਾਸ ਦੇ ਵਿੱਚ ਬੜੇ ਧਿਆਨ ਨਾਲ ਭਗਤੀ ਨਾਲ ਸ਼ਰਧਾ ਨਾਲ ਹਿੱਸਾ ਲੈਂਦੇ ਹਾਂ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਲਹੂ ਗ੍ਰਹਿਣ ਕਰਦੇ ਹਾਂ ਅਸੀਂ ਕਦੀ ਨਹੀਂ ਮਰਾਂਗੇ। संत इग्निशियस ने कहा प्रभु अपना शरीर ਅਤੇ ਲਹੂ ਸਾਨੂੰ ਖਾਣ ਅਤੇ ਪੀਣ ਲਈ ਦਿੰਦਾ ਹੈ ਤਾਂ ਜੋ ਅਸੀਂ ਹਮੇਸ਼ਾ ਜ਼ਿੰਦਾ ਰਹਿ ਸਕੀਏ, ਜੀਵਿਤ ਰਹਿ ਸਕੀਏ।
वो अपने आप ਨੂੰ ਖਾਲੀ ਕਰਦਾ ਹੈ ਅਸੀਂ ਹਮੇਸ਼ਾ ਆਨੰਦ ਜੀਵਨ ਪਾਈਏ। ਆਓ ਅਸੀਂ ਇਸ ਪਾਕ ਮਾਸ ਦੀ ਕੁਰਬਾਨੀ ਵਿੱਚ ਆਪਣੇ ਆਪ ਨੂੰ ਤਿਆਰ ਕਰੀਏ ਕਿ ਅਸੀਂ ਯੋਗ ਢੰਗ ਨਾਲ ਇਸ ਪਾਕ ਮਾਸ ਦੀ ਕੁਰਬਾਨੀ ਵਿੱਚ ਹਿੱਸਾ ਲੈਂਦੇ ਹੋਏ ਪ੍ਰਭੂ ਯਿਸੂ ਮਸੀਹ ਦੇ ਬਦਨ ਅਤੇ ਲਹੂ ਬੜੀ ਭਗਤੀ ਸ਼ਰਧਾ ਨਾਲ ਗ੍ਰਹਿਣ ਕਰਕੇ ਅਸੀਂ ਆਪਣੇ ਜੀਵਨ ਜ਼ਿੰਦਗੀ ਵਿੱਚ ਹਮੇਸ਼ਾ ਅੱਗੇ ਵਧਦੇ ਰਹੀਏ। पूरी कुदरत वाले खुदा के पैना प्रमाण आगे मैं एक बार करदा मैं एक बार करदा मैं सोचण बोलण ते करना बहुत गुनाह कीते ने अपने दोष नाल अपने ही दोष नाल अपने बड़े दोष नाल मैं एक बार करदा तन सदा तू आई मरियम ते सारे फरिश्ते आसमता के ते पैना प्रमाण आगे मैं हुण बेनती करदा मैं एक बार करदा मेरे ਲਈ खुदा बता के करो दुआ सारे मिलके मैं आया तेरे दुआरे रहम करो प्रभु प्यारे मैं एक बार करदा पूरी कुदरत वाले खुदा के पैना प्रमाण आगे मैं एक बार करदा मैं एक बार करदा ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਵੱਲ ਪਹੁੰਚਾਵੇ। आमीन। ऐ प्रभु दया करो ऐ प्रभु दया करो ऐ मसीह दया करो ऐ मसीह दया करो ऐ प्रभु दया करो ऐ प्रभु
प्रार्थना करिए। हे खुदा साडे बाप अपनी असीम दया ਨੂੰ ਵਿਖਾ ਅਤੇ ਆਪਣੇ ਲੋਕਾਂ ਦੀ ਮਦਦ ਕਰ ਜੋ ਤੈਨੂੰ ਚਰਵਾਹਾ ਤੇ ਆਗੂ ਮੰਨਦੇ ਹਨ। ਆਪਣੀ ਸ੍ਰਿਸ਼ਟੀ ਨੂੰ ਨਵੀਨ ਕਰਕੇ ਮੁੜ ਬਹਾਲ ਕਰ ਅਤੇ ਜਿਨ੍ਹਾਂ ਨੂੰ ਤੂੰ ਨਵੀਨ ਕੀਤਾ ਹੈ ਉਹਨਾਂ ਨੂੰ ਸੰਭਾਲ ਕੇ ਰੱਖ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹ ਜੋ ਤੇਰੇ ਨਾਲ ਰੂਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪਾਠ ਪਹਿਲਾ। ਯਸ਼ਾਇਆ ਨਬੀ ਮਿੱਟੀ ਦਾ ਵਰਣਨ ਫੌਜ ਦੇ ਰੂਪ ਵਿੱਚ ਕਰਦੇ ਹਨ ਅਤੇ ਸਾਰੀ ਮਨੁੱਖ ਜਾਤੀ ਨੂੰ ਖੁਦਾ ਦਾ ਸੱਦਾ ਦਿੰਦੇ ਹਨ। ਯਸ਼ਾਇਆ ਨਬੀ ਦਾ ਗ੍ਰੰਥ ਉਸਦਾ 55 ਬਾਬ 1-3 ਹੈ। ਪ੍ਰਭੂ ਕਹਿੰਦਾ ਹੈ, ਤੁਸੀਂ ਜੋ ਤਿਹਾਏ ਹੋ ਆਓ ਪਾਣੀ ਲਓ, ਜਿਸ ਕੋਲ ਧਨ ਨਹੀਂ ਹੈ ਬਿਨਾਂ ਮੁੱਲ ਦੇ ਭੋਜਨ ਲੈ ਕੇ ਖਾਓ, ਆਓ ਦਾਖਰਸ ਅਤੇ ਦੁੱਧ ਲਓ, ਇਹ ਮੁਫਤ ਹੈ। ਉਸ ਚੀਜ਼ ਉੱਤੇ ਪੈਸਾ ਕਿਉਂ ਖਰਚ ਕਰੋ ਜੋ ਤ੍ਰਿਪਤ ਨਾ ਕਰ ਸਕੇ। ਆਪਣੀ ਮਿਹਨਤ ਵਿਅਰਥ ਕਿਉਂ ਖਰਚ ਕਰ ਜੇਕਰ ਫਿਰ ਵੀ ਭੁੱਖੇ ਹੀ ਰਹਿਣਾ ਹੈ। ਮੇਰੀ ਸੁਣੋ ਅਤੇ ਮੇਰੇ ਕਹੇ ਅਨੁਸਾਰ ਕਰੋ ਤਾਂ ਤੁਸੀਂ ਚੰਗੇ ਤੋਂ ਚੰਗਾ ਭੋਜਨ ਖਾਓਗੇ। ਮੇਰੇ ਲੋਕੋ, ਤੁਸੀਂ ਮੇਰੀ ਸੁਣੋ ਅਤੇ ਮੇਰੇ ਕੋਲ ਆਓ, ਤੁਸੀਂ ਮੇਰੇ ਕੋਲ ਆ ਕੇ ਜੀਵਨ ਪ੍ਰਾਪਤ ਕਰੋ। ਮੈਂ ਤੁਹਾਡੇ ਨਾਲ ਹਮੇਸ਼ਾ ਰਹਿਣ ਵਾਲਾ ਨੇਮ ਬਣਾਂਗਾ ਅਤੇ ਉਹ ਅਸੀਸ ਤੁਹਾਨੂੰ ਦੇਵਾਂਗਾ ਜਿਸ ਦੀ ਪ੍ਰਤਿਗਿਆ ਮੈਂ ਦਾਊਦ ਨੂੰ ਦਿੱਤੀ ਸੀ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਹਜ਼ੂਰ ਮੇਰੀ ਦੁਆ ਹੁਣ ਪਹੁੰਚੇ ਵਿੱਚ ਤੇਰੇ ਹਜ਼ੂਰ ਮੇਰੀ ਦੁਆ ਹੁਣ ਪਹੁੰਚੇ ਵਿੱਚ ਤੇਰੇ ਹਜ਼ੂਰ ਮੇਰੀ ਦੁਆ ਹੁਣ ਪਹੁੰਚੇ ਵਿੱਚ ਤੇਰੇ ਹਜ਼ੂਰ ਮੇਰੀ ਦੁਆ ਹੁਣ ਪਹੁੰਚੇ। ਤੂੰ ਮੈਂ ਤੋਂ ਨਾ ਛੁਪਾਈ ਤੰਗੀ ਵਿੱਚ ਪਰਦ ਲਗਾਈ। ਤੂੰ ਮੈਂ ਤੋਂ ਨਾ ਛੁਪਾਈ ਤੰਗੀ ਵਿੱਚ ਪਰਦ ਲਗਾਈ। ਤੇਰੀ ਜ਼ਰੂਰ ਮੇਰੀ ਦੁਆ ਹੁਣ ਪਹੁੰਚੇ ਵਿੱਚ ਤੇਰੇ ਹਜ਼ੂਰ ਮੇਰੀ ਦੁਆ ਹੁਣ ਪਹੁੰਚੇ ਵਿੱਚ ਤੇਰੇ ਹਜ਼ੂਰ ਮੇਰੀ ਦੁਆ ਹੁਣ ਪਹੁੰਚੇ। ਤੂੰ ਭਾਗ ਉਮਰ ਗਈ ਮੇਰੀ ਹੱਡੀਆਂ ਬਾਲਣ ਦੀ ਤੇਰੀ। ਤੂੰ ਭਾਗ ਉਮਰ ਗਈ ਮੇਰੀ ਹੱਡੀਆਂ ਬਾਲਣ ਦੀ ਤੇਰੀ। ਜਿਵੇਂ ਬਲਦਾ ਤੰਦੂਰ ਮੇਰੀ ਦੁਆ ਹੁਣ ਪਹੁੰਚੇ ਵਿੱਚ ਤੇਰੇ ਹਜ਼ੂਰ ਮੇਰੀ ਦੁਆ ਹੁਣ ਪਹੁੰਚੇ ਵਿੱਚ ਤੇਰੇ ਹਜ਼ੂਰ ਮੇਰੀ ਦੁਆ ਹੁਣ ਪਹੁੰਚੇ। ਪਾਠ ਦੂਸਰਾ। ਰੋਮੀਆਂ ਦੇ ਨਾਮ ਸੰਤ ਪੌਲਸ ਦਾ ਪੱਤਰ ਉਹਦੀ 8 ਬਾਬ ਦੀ 35 37 ਤੋਂ 39 ਹੈ ਤੱਕ। ਸਾਰੀ ਸ੍ਰਿਸ਼ਟੀ ਵਿੱਚੋਂ ਕੋਈ ਵੀ ਸਾਨੂੰ ਖੁਦਾ ਦੇ ਉਸ ਪਿਆਰ ਤੋਂ ਵੰਚਿਤ ਨਹੀਂ ਕਰ ਸਕਦਾ ਜੋ ਸਾਨੂੰ ਮਸੀਹ ਦੁਆਰਾ ਮਿਲਿਆ ਹੈ। ਕੌਣ ਸਾਨੂੰ ਮਸੀਹ ਦੇ ਪਿਆਰ ਤੋਂ ਵੱਖ ਕਰੇਗਾ ਕਿ ਤੰਗੀ, ਤਕਲੀਫ ਜਾਂ ਦੁੱਖ ਮੁਸੀਬਤ, ਕਿ ਅਤਿਆਚਾਰ ਜਾਂ ਭੁੱਖਮਰੀ ਜਾਂ ਨੰਗਾਪਨ, ਕਿ ਖਤਰਾ ਜਾਂ ਤਲਵਾਰ। ਪਰ ਨਹੀਂ, ਇਹਨਾਂ ਸਾਰੀਆਂ ਹਾਲਾਤਾਂ ਵਿੱਚ ਅਸੀਂ ਉਸ ਦੇ ਵਸੀਲੇ ਜਿਸ ਨੇ ਸਾਨੂੰ ਪਿਆਰ ਕੀਤਾ ਹੈ ਜੇਤੂਆਂ ਤੋਂ ਵੱਧ ਹਾਂ। ਕਿਉਂਕਿ ਮੈਨੂੰ ਪੂਰਾ ਯਕੀਨ ਹੈ ਕਿ ਨਾ ਮੌਤ, ਨਾ ਜੀਵਨ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹੋਣ ਦੀਆਂ ਵਸਤਾਂ, ਨਾ ਆਉਣ ਵਾਲੀਆਂ ਵਸਤਾਂ, ਨਾ ਸ਼ਕਤੀਆਂ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ
संत मत्ती दे अनुसार। तेरी वडियाई होवे हे प्रभु। ਜਦੋਂ ਯीशु ਨੇ ਇਹ ਸੁਨਿਆ ਤਾਂ ਉਹ ਉੱਥੋਂ ਲਾਂਬੇ ਹੋ ਗਿਆ ਅਤੇ ਕਿਸ਼ਤੀ ਵਿੱਚ ਸਵਾਰ ਹੋ ਕੇ ਕਿਸੇ ਸੁਨਸਾਨ ਥਾਂ ਵੱਲ ਚਲਾ ਗਿਆ। ਪਰ ਜਦੋਂ ਲੋਕਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਸ਼ਹਿਰਾਂ ਤੋਂ ਪੈਦਲ ਹੀ ਉਸ ਦੇ ਪਿੱਛੇ ਚੱਲ ਪਏ। ਜਿਵੇਂ ਹੀ ਯीशु ਰਾਜਾ ਪਹੁੰਚਿਆ ਤਾਂ ਉਸਨੇ ਇੱਕ ਵੱਡੀ ਭੀੜ ਨੂੰ ਵੇਖਿਆ ਅਤੇ ਉਸ ਨੂੰ ਉਹਨਾਂ ਉੱਤੇ ਤਰਸ ਆਇਆ ਅਤੇ ਉਸਨੇ ਉਹਨਾਂ ਦੇ ਬਿਮਾਰਾਂ ਨੂੰ ਚੰਗਾ ਕੀਤਾ। ਜਦੋਂ ਸ਼ਾਮ ਹੋਈ ਤਾਂ ਚੇਲਿਆਂ ਨੇ ਉਸਦੇ ਕੋਲ ਆ ਕੇ ਕਿਹਾ, ਇਹ ਥਾਂ ਸੁਨਸਾਨ ਹੈ ਅਤੇ ਬਹੁਤ ਕੁਵੇਲਾ ਹੋ ਗਿਆ ਹੈ। ਭੀੜ ਨੂੰ ਵਿਦਾ ਕਰ ਦਿਓ ਕਿ ਉਹ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਭੋਜਨ ਖਰੀਦ ਲੈਣ। ਯीशु ਨੇ ਕਿਹਾ, ਉਹਨਾਂ ਨੂੰ ਜਾਣ ਦੀ ਲੋੜ ਨਹੀਂ, ਤੁਸੀਂ ਉਹਨਾਂ ਨੂੰ ਕੁਝ ਖਾਣ ਲਈ ਦਿਓ। ਉਹਨਾਂ ਨੇ ਉਸ ਨੂੰ ਕਿਹਾ, ਸਾਡੇ ਕੋਲ ਕੇਵਲ 5 ਰੋਟੀਆਂ ਹਨ ਅਤੇ 2 ਮੱਛੀਆਂ। ਉਸਨੇ ਕਿਹਾ, ਉਹਨਾਂ ਨੂੰ ਇੱਥੇ ਮੇਰੇ ਕੋਲ ਲਿਆਓ। ਫਿਰ ਉਸਨੇ ਭੀੜ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦਿੱਤਾ ਅਤੇ 5 ਰੋਟੀਆਂ ਅਤੇ 2 ਮੱਛੀਆਂ ਲੈ ਕੇ ਸਵਰਗਾਂ ਵੱਲ ਨਿਗਾਹ ਕੀਤੀ ਅਤੇ ਆਸ਼ੀਸ਼ ਦਿੱਤੀ। ਫਿਰ ਰੋਟੀ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਅਗਾਂਹ ਲੋਕਾਂ ਨੂੰ ਦਿੱਤੀਆਂ। ਉਹ ਸਾਰੇ ਖਾ ਕੇ ਰੱਜ ਗਏ ਅਤੇ ਚੇਲਿਆਂ ਨੇ ਕੁਝ ਬਚੇ ਹੋਏ ਟੁਕੜਿਆਂ ਨਾਲ 12 ਟੋਕਰੇ ਭਰੇ। ਭੋਜਨ ਕਰਨ ਵਾਲੇ ਔਰਤਾਂ ਤੇ ਬੱਚਿਆਂ ਤੋਂ ਇਲਾਵਾ ਲਗਭਗ 5000 ਆਦਮੀ ਸਨ। ਪ੍ਰਭੂ ਦੀ ਪਾਕ ਅਤੇ ਪਵਿੱਤਰ ਅੰਜੀਲ। ਤੇਰੀ ਮਹਿਮਾ ਹੋਵੇ ਹੈ ਮਸੀਹਾ। ਪ੍ਰਭੂ ਯਿਸੂ ਮਸੀਹ ਦੇ ਵਿੱਚ ਬੱਚਿਓ, ਅੱਜ ਅਸੀਂ ਪਹਿਲੇ ਪਾਠ ਦੇ ਵਿੱਚ ਹੀ ਖੁਦਾ ਦਾ ਜਿਹੜਾ ਸਾਡੇ ਲਈ ਸੰਦੇਸ਼ ਹੈ ਉਸ ਨੂੰ ਸਪਸ਼ਟ ਤੌਰ ਤੇ ਸੁਣਦੇ ਹਾਂ। ਪ੍ਰਭੂ ਸਾਨੂੰ ਪਹਿਲੇ ਪਾਠ ਵਿੱਚ ਦੱਸਦਾ ਹੈ ਕਿ ਉਹ ਮਿਹਨਤ ਕਰਨ ਦਾ ਕੀ ਫਾਇਦਾ ਜੋ ਸਾਨੂੰ ਸੰਤੁਸ਼ਟੀ ਨਹੀਂ ਦੇ ਸਕਦੀ, ਉਹ ਪੈਸਾ ਉਹਨਾਂ ਚੀਜ਼ਾਂ ਉੱਤੇ ਖਰਚਣ ਦਾ ਕੀ ਫਾਇਦਾ ਜੋ ਤੁਹਾਨੂੰ ਤ੍ਰਿਪਤ ਨਹੀਂ ਕਰ ਸਕਦਾ ਹੈ। ਤੇ ਇਹਦਾ ਦੂਸਰਾ ਪਾਠ ਸਾਨੂੰ ਦੱਸਿਆ ਗਿਆ, ਸੰਤ ਪੌਲੁਸ ਕਹਿੰਦਾ ਹੈ ਕਿ ਸਾਡੇ ਤੇ ਪ੍ਰਭੂ ਦੇ ਪਿਆਰ ਦੇ ਵਿੱਚ ਕੀ ਆ ਸਕਦਾ ਹੈ। ਕੋਈ ਵੀ ਦੁਨੀਆ ਦੀ ਬਣੀ ਹੋਈ ਚੀਜ਼ ਇਸ ਰਿਸ਼ਤੇ ਨੂੰ ਕਦੇ ਵੀ ਤੋੜ ਨਹੀਂ ਸਕਦੀ ਹੈ। ਹੁਣ ਇਹ ਜੋ ਰਿਸ਼ਤਾ ਹੈ ਕਿਉਂ ਟੁੱਟਦਾ ਹੈ? ਜਦੋਂ ਅਸੀਂ ਆਪ ਖੁਦਾ ਤੋਂ ਪਹਿਲਾਂ ਚੀਜ਼ਾਂ ਨੂੰ ਰੱਖਦੇ ਹਾਂ। ਜਦੋਂ ਅਸੀਂ ਚੀਜ਼ਾਂ ਨੂੰ ਆਪਣਾ ਖੁਦਾ ਬਣਾ ਲੈਂਦੇ ਹਾਂ, ਚੀਜ਼ਾਂ ਦੇ ਉੱਤੇ ਆਪਣਾ ਧਿਆਨ ਕੇਂਦਰਿਤ ਕਰਦੇ ਹਾਂ ਤਾਂ ਆਪਣਾ ਜੀਵਨ ਸਿਰਫ ਚੀਜ਼ਾਂ ਦੇ ਉੱਤੇ ਹੀ ਲਗਾਉਂਦੇ ਹਾਂ ਕਿ ਅਸੀਂ ਇਸ ਨੂੰ ਹਾਸਲ ਕਰਨਾ ਹੈ, ਇਹੀ ਮੇਰੇ ਜੀਵਨ ਦਾ ਮਕਸਦ ਹੈ। ਫਿਰ ਕੀ ਹੁੰਦਾ ਕਿ ਅਸੀਂ ਖੁਦਾ ਦੇ ਪਿਆਰ ਤੋਂ ਦੂਰ ਹੋਣਾ ਸ਼ੁਰੂ ਹੋ ਜਾਂਦੇ ਹਾਂ। ਤੇ ਅੱਜ ਪ੍ਰਭੂ ਅੰਜੀਲ ਦੇ ਵਿੱਚ ਸਾਨੂੰ ਬਹੁਤ ਵਧੀਆ ਇੱਕ ਉਮਦਾ ਮਿਸਾਲ ਦਿੰਦਾ ਹੈ ਕਿ ਇੱਕ ਕੌਮ, ਪ੍ਰਭੂ ਦੀ ਜੋ ਪ੍ਰਜਾ ਹੈ, ਕਿਸ ਤਰ੍ਹਾਂ ਖੁਦਾ ਨਾਲ ਜੁੜ ਕੇ ਰਹਿ ਸਕਦੀ ਹੈ। ਅਸੀਂ ਇਹ ਸੁਣਿਆ ਕਿ ਜਦੋਂ ਪ੍ਰਭੂ ਉਸ ਥਾਂ ਤੋਂ ਦੂਰ ਚਲੇ ਗਏ ਤੇ ਲੋਕ ਉਹਨਾਂ ਦੇ ਪਿੱਛੇ ਚਲੇ ਗਏ ਅਤੇ ਇੱਕ ਅਜਿਹੀ ਥਾਂ ਤੇ ਪਹੁੰਚੇ ਜਿੱਥੇ ਸੁਨਸਾਨ ਸੀ। ਤੇ ਚੇਲੇ ਆ ਕੇ ਕਹਿੰਦੇ ਕਿ ਪ੍ਰਭੂ ਹੁਣ ਅਜਿਹਾ ਟਾਈਮ ਹੋ ਗਿਆ, ਸੁਨਸਾਨ ਥਾਂ, ਇਹਨਾਂ ਨੂੰ ਜਾ ਲੈਣ ਦਿਓ ਤਾਂ ਕਿ ਆਪਣੇ ਖਾਣੇ ਦਾ ਆਪਣੇ ਆਪ ਹੀ ਅਰੇਂਜਮੈਂਟ ਕਰ ਸਕਣ। ਪਰ ਪ੍ਰਭੂ ਕਹਿੰਦਾ ਨਹੀਂ, ਇਹਨਾਂ ਨੂੰ ਮੈਂ ਕਿਤੇ ਨਹੀਂ ਘੱਲਾਂਗਾ, ਇਹ ਮੇਰੇ ਪਿੱਛੇ ਆਏ ਨੇ ਤੇ ਮੈਂ ਹੀ ਇਹਨਾਂ ਦੀ ਦੇਖਭਾਲ ਕਰਾਂਗਾ। ਹੁਣ ਅਸੀਂ ਸਾਰੇ ਵੀ, ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨ ਸੀਗੀਆਂ। ਭਾਵੇਂ ਅਸੀਂ ਸਮਾਂ ਦੁਨਿਆਵੀ ਮਨੋਰੰਜਨ ਵਿੱਚ ਗੁਜ਼ਾਰ ਲੈਂਦੇ ਜਾਂ ਫਿਰ ਆਪਣਾ ਸਮਾਂ ਅਸੀਂ ਖੁਦਾ ਦੇ ਨਾਲ ਜੋੜਦੇ। ਤੇ ਹੁਣ ਜਦੋਂ ਅਸੀਂ ਆਪਣਾ ਸਮਾਂ ਖੁਦਾ ਦੇ ਨਾਲ ਜੋੜਿਆ ਹੈ ਤੇ ਖੁਦਾ ਕਦੇ ਵੀ ਸਾਨੂੰ ਇਕੱਲਿਆਂ ਨਹੀਂ ਛੱਡੇਗਾ। ਜੋ ਸਾਡਾ ਵਿਸ਼ਵਾਸ ਹੈ, ਜੋ ਇੱਕ ਬਹੁਤ ਵੱਡੀ ਵਿਰਾਸਤ ਸਾਡੇ ਕੋਲ ਹੈ, ਇਹਦੇ ਕਰਕੇ ਕਦੇ ਵੀ ਖੁਦਾ ਸਾਨੂੰ ਇਕੱਲਿਆਂ ਨਹੀਂ ਛੱਡੇਗਾ। ਪ੍ਰਭੂ ਦੇ ਵਾਅਦੇ ਨੇ ਕਿ ਮੈਂ ਕਦੇ ਵੀ ਤੁਹਾਨੂੰ ਇਕੱਲਿਆਂ ਨਹੀਂ ਛੱਡਾਂਗਾ, ਯੁਗਾਂ ਦੇ ਅੰਤ ਤੱਕ ਮੈਂ ਤੁਹਾਡੇ ਨਾਲ ਹਾਂ। ਸਾਡੇ ਜੀਵਨ ਵਿੱਚ ਮੁਸ਼ਕਲਾਂ ਆਉਂਦੀਆਂ ਨੇ, ਪਰੇਸ਼ਾਨੀਆਂ ਆਉਂਦੀਆਂ ਨੇ, ਇਸ ਹੱਦ ਤੱਕ ਪਰੇਸ਼ਾਨੀਆਂ ਆਉਂਦੀਆਂ ਕਿ ਅਸੀਂ ਇੱਕ ਵਾਰ ਟੁੱਟ ਜਾਂਦੇ ਹਾਂ। ਸਾਨੂੰ ਲੱਗਦਾ ਹੈ ਕਿ ਹੁਣ ਕੋਈ ਹੀਲਾ ਵਸੀਲਾ ਨਹੀਂ ਰਿਹਾ। ਪਰ ਉਸ ਸਮੇਂ ਯਾਦ ਰੱਖਣਾ, ਜਿਸ ਤਰ੍ਹਾਂ ਪ੍ਰਭੂ ਨੇ ਅੰਜੀਲ ਦੇ ਵਿੱਚ ਕਿਹਾ ਕਿ ਮੈਂ ਇਹਨਾਂ ਲੋਕਾਂ ਨੂੰ ਕਿਤੇ ਵੀ ਇਕੱਲਿਆਂ ਨਹੀਂ ਛੱਡਾਂਗਾ, ਅੱਜ ਦੇ ਸਮੇਂ ਵਿੱਚ ਵੀ ਪ੍ਰਭੂ ਸਾਨੂੰ ਕਹਿੰਦਾ ਹੈ ਕਿ ਮੈਂ ਤੁਹਾਨੂੰ ਕਦੇ ਵੀ ਸੁਨਸਾਨ ਥਾਂ ਤੇ ਇਕੱਲਿਆਂ ਨਹੀਂ ਛੱਡਾਂਗਾ। ਕੋਈ ਵੀ ਹਨੇਰੀ ਦੀ ਸ਼ਕਤੀ ਤੁਹਾਨੂੰ ਇਕਾਂਤ ਦੇ ਵਿੱਚ ਫਸਾਏਗੀ ਨਹੀਂ, ਤੁਹਾਨੂੰ ਇਕੱਲਿਆਂ ਨਹੀਂ ਇਕੱਲਿਆਂ
ਚੱਲਿਆ ਹਾਂ ਕਿਉਂਕਿ ਖੁਦਾ ਸਾਡੇ ਨਾਲ ਹੈ। ਹੁਣ ਪ੍ਰਭੂ ਜਦੋਂ ਉਸ ਏਕਾਂਤ ਦੇ ਵਿੱਚ ਆਪਣੇ ਲੋਕਾਂ ਨੂੰ ਇਕੱਲਿਆਂ ਨਹੀਂ ਛੱਡਦਾ, ਉਹਨਾਂ ਨੂੰ ਕਹਿੰਦਾ ਕਿ ਮੈਂ ਇਹਨਾਂ ਦੇ ਨਾਲ ਹਾਂ, ਇਹ ਮੇਰੇ ਨਾਲ ਰਹਿਣਗੇ, ਤੇ ਉਸ ਤੋਂ ਬਾਅਦ ਪ੍ਰਭੂ ਉਹਨਾਂ ਨੂੰ ਤ੍ਰਿਪਤ ਵੀ ਕਰਦਾ ਹੈ। ਤ੍ਰਿਪਤ ਕਰਨ ਦੀ ਸਭ ਤੋਂ ਪਹਿਲੀ ਰੀਤ ਕਿੱਥੋਂ ਆਉਂਦੀ ਹੈ, ਪਹਿਲਾ ਕਦਮ ਕਿੱਥੋਂ ਆਉਂਦਾ ਹੈ? ਮਨੁੱਖਾਂ ਦੇ ਵੱਲੋਂ ਆਉਂਦਾ ਹੈ। ਪ੍ਰਭੂ ਕਹਿੰਦਾ ਹੈ ਤੁਸੀਂ ਇਹਨਾਂ ਨੂੰ ਖਾਣ ਲਈ ਕੁਝ ਦਿਓ। ਚੇਲੇ ਕਹਿੰਦੇ ਪ੍ਰਭੂ ਇਹ ਇੰਨੇ ਸਾਰੇ ਲੋਕ ਨੇ, ਸਾਡੇ ਕੋਲ ਕੁਝ ਵੀ ਖਾਣ ਲਈ ਦੇਣ ਲਈ ਨਹੀਂ ਹੈ, ਫਿਰ ਵੀ ਸਾਡੇ ਕੋਲ 5 ਰੋਟੀਆਂ ਨੇ, 2 ਮੱਛੀਆਂ ਨੇ। ਪ੍ਰਭੂ ਕਹਿੰਦਾ ਉਹਨਾਂ ਨੂੰ ਮੇਰੇ ਕੋਲ ਲੈ ਕੇ ਆਓ, ਤੇ ਤੁਹਾਡੀ ਮਿਹਨਤ ਦਾ, ਤੁਹਾਡੇ ਵੱਲੋਂ ਜੋ ਤੁਸੀਂ ਆਪਣਾ ਇੱਕ ਯੋਗਦਾਨ ਦਿੱਤਾ ਹੈ, ਮੈਂ ਇਸ ਉੱਤੇ ਇੰਨੀ ਬਰਕਤ ਦੇਵਾਂਗਾ ਕਿ ਕੋਈ ਵੀ ਭੁੱਖਾ ਤੇ ਪਿਆਸਾ ਨਹੀਂ ਰਹੇਗਾ। ਉਹ 5 ਰੋਟੀਆਂ ਅਤੇ 2 ਮੱਛੀਆਂ, ਇਹ ਹੈ ਸਾਡਾ ਜੀਵਨ। ਸਾਡੇ ਕੋਲ ਬਹੁਤ ਕੁਝ ਨਹੀਂ ਹੈ, ਪਰ ਜੋ ਕੁਝ ਸਾਡੇ ਕੋਲ ਹੈ, ਜਦੋਂ ਅਸੀਂ ਖੁਦਾ ਕੋਲ ਲੈ ਕੇ ਆਵਾਂਗੇ, ਖੁਦਾ ਉਸ ਦੇ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਬਰਕਤ ਦੇਵੇਗਾ। ਹੁਣ ਕਿਸੇ ਦੇ ਲਈ ਬਰਕਤਾਂ ਦਾ ਸਰੋਤ ਬਣਨ ਦੇ ਲਈ ਜਾਂ ਖੁਦਾ ਦਾ ਮਖਸੂਸ ਤੇ ਮਸਾ ਕੀਤਾ ਹੋਣ ਦੇ ਲਈ ਸਾਨੂੰ ਕੋਈ ਸੁਪਰਮੈਨ ਜਾਂ ਐਕਸਟਰਾ ਆਰਡੀਨਰੀ ਆਦਮੀ ਬਣਨ ਦੀ ਜ਼ਰੂਰਤ ਨਹੀਂ ਹੈ। ਸਿਰਫ ਸਾਡੇ ਵਿੱਚ ਇੱਕ ਨੇਕ ਖੁਆਇਸ਼ ਹੋਣੀ ਚਾਹੀਦੀ ਹੈ ਕਿ ਮੈਂ ਖੁਦਾ ਦੇ ਸਵਰਗ ਰਾਜ ਦੇ ਕੰਮਾਂ ਦੇ ਵਿੱਚ ਆਪਣਾ ਯੋਗਦਾਨ ਪਾਣਾ ਹੈ। ਜੋ ਕੁਝ ਮੇਰਾ ਹੈ, ਜੋ ਕੁਝ ਮੇਰੇ ਕੋਲ ਹੈ, ਭਾਵੇਂ 1 ਟੈਲੈਂਟ ਹੋਵੇ ਜਾਂ 2 ਟੈਲੈਂਟ ਹੋਣ, ਉਹ ਸਭ ਮੈਂ ਪ੍ਰਭੂ ਦੇ ਕੋਲ ਲੈ ਕੇ ਜਾਊਂਗਾ। ਤੇ ਜਦੋਂ ਅਸੀਂ ਆਪਣੀਆਂ ਇਹ 5 ਰੋਟੀਆਂ ਤੇ 2 ਮੱਛੀਆਂ, ਜੋ ਸਾਡੇ ਗੁਣ ਨੇ, ਜੋ ਸਾਡੀ ਖੁਦਾ ਨੇ ਇੱਕ ਹੋਂਦ ਬਣਾਈ ਹੈ, ਜਦੋਂ ਅਸੀਂ ਉਸ ਨੂੰ ਖੁਦਾ ਦੇ ਕੋਲ ਲੈ ਕੇ ਜਾਵਾਂਗੇ ਤੇ ਦੇਖਣਾ ਕਿ ਉਸ ਦੇ ਰਾਹੀਂ ਖੁਦਾ ਕਿੰਨਿਆਂ ਨੂੰ ਤ੍ਰਿਪਤ ਕਰੇਗਾ। ਅੱਜ ਸਾਨੂੰ ਕਲਾਮ ਦੱਸਦਾ ਹੈ ਕਿ ਜਿੰਨੇ ਤ੍ਰਿਪਤ ਹੋਏ ਉਹ ਕਿੰਨੇ ਸੀਗੇ? 5000। ਤੇ 5000 ਸਿਰਫ ਆਦਮੀ, ਬਾਕੀਆਂ ਦੀ ਗਿਣਤੀ ਅਜੇ ਨਹੀਂ ਦੱਸੀ ਗਈ। ਕਿੰਨੇ ਹੀ ਲੋਕਾਂ ਨੂੰ ਖੁਦਾ ਨੇ ਉਸ ਸਮੇਂ ਉਸ ਇੱਕ ਛੋਟੇ ਯੋਗਦਾਨ ਨੂੰ ਬਰਕਤ ਦੇ ਕੇ ਉਹਦੇ ਰਾਹੀਂ ਕਿੰਨੇ ਲੋਕਾਂ ਨੂੰ ਤ੍ਰਿਪਤ ਕੀਤਾ। ਤੇ ਅੱਜ ਖੁਦਾ ਚਾਹੁੰਦਾ ਹੈ ਕਿ ਅਸੀਂ ਵੀ ਆਪਣੇ ਜੋ ਗੁਣ ਨੇ, ਜੋ ਸਾਡੀ ਕਾਬਲੀਅਤ ਹੈ, ਉਹ ਖੁਦਾ ਦੇ ਚਰਨਾਂ ਵਿੱਚ ਸਮਰਪਿਤ ਕਰੀਏ। ਚਾਹੇ ਚੰਗਾ ਗਾਣ ਦਾ ਹੋਵੇ ਜਾਂ ਪ੍ਰਚਾਰ ਕਰਨ ਦਾ ਹੋਵੇ, ਜਾਂ ਲੋਕਾਂ ਨਾਲ ਮੇਲ ਮਿਲਾਪ ਕਰਨ ਦਾ ਹੋਵੇ, ਲੋਕਾਂ ਨੂੰ ਸਹੀ ਚੀਜ਼ ਸਮਝਾਉਣ ਦਾ ਹੋਵੇ, ਜਾਂ ਆਪਣਾ ਵਤੀਰਾ ਹੋਵੇ, ਇਹ ਸਭ ਚੀਜ਼ਾਂ ਸਾਡੇ ਗੁਣ ਨੇ। ਇਹੀ ਸਾਡੀ ਰੋਟੀਆਂ ਨੇ, ਇਹੀ ਸਾਡੀ ਮੱਛੀਆਂ ਨੇ, ਇਹੀ ਹੈ ਜੋ ਸਾਡੇ ਕੋਲ ਸਭ ਕੁਝ ਹੈ। ਇਸ ਨੂੰ ਖੁਦਾ ਦੇ ਅੱਗੇ ਸਮਰਪਿਤ ਕਰੋ, ਫਿਰ ਦੇਖਣਾ ਕਿ ਤੁਹਾਡੇ ਰਾਹੀਂ ਕਿਸਾ ਖੁਦਾ ਬਹੁਤ ਲੋਕਾਂ ਨੂੰ ਤ੍ਰਿਪਤ ਕਰੇਗਾ। ਪਰ ਇਹ ਜੋ ਤ੍ਰਿਪਤ ਕਰਨ ਦਾ, ਲੋਕਾਂ ਨੂੰ ਆਪਣੇ ਨਾਲ ਹਮੇਸ਼ਾ ਰੱਖਣ ਦਾ, ਇਹਦਾ ਜੋ ਖੁਦਾ ਨੇ ਵਿਰਾਸਤ ਹੈ, ਇਹ ਸਿਰਫ ਆਪਣੇ ਰਸੂਲੀ ਕਲੀਸਿਆ ਦੇ ਨਾਲ ਹੀ ਰੱਖੀ ਹੈ। ਕਿਉਂਕਿ ਅੱਜ ਸਾਨੂੰ ਅੰਜੀਲ ਦੱਸਦੀ ਹੈ ਕਿ ਜਦੋਂ ਉਹਨਾਂ ਨੇ ਸਾਨੂੰ ਤ੍ਰਿਪਤ ਕਰਤਾ, ਸਭ ਨੂੰ ਤ੍ਰਿਪਤ ਕਰਤਾ, ਬਹੁਤ ਕੁਝ ਬਚ ਗਿਆ। ਤੇ ਉਹ ਬਚਿਆ ਹੋਇਆ ਕਿੰਨੇ ਟੋਕਰਿਆਂ 'ਚ ਉਹਨਾਂ ਨੇ ਭਰਿਆ? 12 ਟੋਕਰਿਆਂ 'ਚ ਭਰਿਆ। 12 ਜੋ ਰਸੂਲ ਖੁਦਾ ਨੇ ਮਖਸੂਸ ਕੀਤੇ, ਜੋ ਰਸੂਲੀ ਕਲੀਸਿਆ ਹੈ, ਇਹ ਇਹਨਾਂ 12 ਰਸੂਲਾਂ ਦੇ ਉਹਨਾਂ ਪਿਲਰਸ ਦੇ ਉੱਤੇ, ਥੰਮ ਦੇ ਉੱਤੇ ਬਣੀ ਹੋਈ ਹੈ, ਜਿਹਦਾ ਆਧਾਰ ਪ੍ਰਭੂ ਯਿਸੂ ਮਸੀਹ ਆਪ ਹੈ। ਇਸੇ ਪ੍ਰਭੂ ਨੇ ਸਮੁੱਚੀ ਦੁਨੀਆ ਦੇ ਲਈ ਮੁਕਤੀ ਦਾ ਰਸਤਾ, ਮੁਕਤੀ ਦਾ ਦੁਆਰ ਖੋਲਿਆ ਹੋਇਆ ਹੈ। ਸਮੁੱਚੀ ਦੁਨੀਆ ਨੂੰ ਪ੍ਰਭੂ ਤ੍ਰਿਪਤ ਕਰਨਾ ਚਾਹੁੰਦਾ ਹੈ, ਪਰ ਪ੍ਰਭੂ ਚਾਹੁੰਦਾ ਹੈ ਕਿ ਸਾਰੇ ਉਹਦੀ ਇੱਕ ਪਾਕ ਰਸੂਲੀ ਕਲੀਸਿਆ ਦੇ ਰਾਹੀਂ ਖੁਦਾ ਦੀ ਸੱਚਾਈ ਨੂੰ ਪਹਿਚਾਨਣ। ਅਸੀਂ ਆਪਣਾ ਜੋ ਯੋਗਦਾਨ ਹੈ, ਜੋ ਸਾਡਾ ਮੈਂ ਹੈ, ਉਸ ਨੂੰ ਖੁਦਾ ਕੋਲ ਲੈ ਕੇ ਆਈਏ ਕਿ ਪ੍ਰਭੂ ਇਹ ਜੋ ਮੇਰਾ ਮੈਂ ਕੱਲਾ, ਇਹਦੀ ਕੋਈ ਔਕਾਤ ਨਹੀਂ, ਕੋਈ ਹੈਸੀਅਤ ਨਹੀਂ ਹੈ। ਹੁਣ ਇਹ ਜੋ ਮੇਰਾ ਮੈਂ ਹੈ, ਉਹ ਮੈਂ ਤੇਰੇ ਕੋਲ ਲੈ ਕੇ ਆ ਰਿਹਾ ਹਾਂ। ਤੇ ਉਸ ਨਾਲ ਕੀ ਹੁੰਦਾ ਕਿ ਸਾਡਾ ਮੈਂ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ, ਅਤੇ ਪ੍ਰਭੂ ਜਦੋਂ ਉਸ ਮੈਂ ਦੇ ਉੱਤੇ ਆਪਣਾ ਕਬਜ਼ਾ ਲੈਂਦਾ ਹੈ, ਤੇ ਪ੍ਰਭੂ ਆਪਣੀ ਜੋ ਬਰਕਤ ਹੈ, ਜੋ ਖੁਦਾ ਦੇ ਮੁਕਤੀ ਦਾ ਦਰ ਖੋਲ ਦਿੱਤਾ ਹੈ, ਉਹ ਸਾਰੀ ਦੁਨੀਆ ਦੇ ਲਈ ਖੋਲ ਦਿੰਦਾ ਹੈ। ਤੇ ਅੱਜ ਅਸੀਂ ਖੁਦਾ ਦੇ ਅੱਗੇ ਵਾਅਦਾ ਕਰਨਾ ਹੈ ਕਿ ਪ੍ਰਭੂ ਮੈਂ ਆਪਣੀ ਮਿਹਨਤ ਜਾਂ ਆਪਣੀ ਕਾਬਲੀਅਤ ਚੀਜ਼ਾਂ ਦੇ ਪਿੱਛੇ ਜਾ ਕੇ ਖਰਚ ਨਹੀਂ ਕਰਨਾ ਚਾਹੁੰਦਾ, ਕਿਉਂਕਿ ਇਹ ਚੀਜ਼ਾਂ ਮੈਨੂੰ ਕਦੇ ਵੀ ਤ੍ਰਿਪਤ ਨਹੀਂ ਕਰ ਪਾਉਣਗੀਆਂ। ਜੇਕਰ ਮੈਂ ਆਪਣੇ ਸਵਾਰਥ ਦੇ ਵਿੱਚ ਹੀ ਗੁਜ਼ਾਰਾਂਗਾ ਤੇ ਮੈਂ ਕਦੇ ਵੀ ਤੁਹਾਡੇ ਯੋਗ ਸੇਵਕ ਨਹੀਂ ਬਣ ਪਾਵਾਂਗਾ। ਪ੍ਰਭੂ ਮੈਨੂੰ ਬਰਕਤ ਦਿਓ ਕਿ ਮੈਂ ਆਪਣਾ ਜੋ ਮੈਂ ਹੈ, ਜੋ ਮੇਰੇ ਵਿੱਚ ਕਾਬਲੀਅਤ ਹੈ, ਜੋ ਮੇਰੇ ਕੋਲ ਰੋਟੀਆਂ ਅਤੇ ਇਹ ਜੋ ਮੱਛੀਆਂ ਨੇ, ਜੋ ਮੇਰੇ ਗੁਣ ਨੇ, ਇਹ ਮੈਂ ਤੁਹਾਡੇ ਕੋਲ ਲੈ ਕੇ ਆਵਾਂ। ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹਨਾਂ ਉੱਤੇ ਅਜਿਹੀ ਬਰਕਤ ਦਿਓ ਕਿ ਇਹਨਾਂ ਗੁਣਾਂ ਦੇ ਰਾਹੀਂ ਮੈਂ ਵੱਧ ਤੋਂ ਵੱਧ ਲੋਕਾਂ ਨੂੰ ਤੁਹਾਡੇ ਪਿਆਰ ਦੇ ਨਾਲ ਜੋੜ ਸਕਾਂ। ਮੁਸ਼ਕਲਾਂ ਆਉਣਗੀਆਂ, ਪਰੇਸ਼ਾਨੀਆਂ ਆਉਣਗੀਆਂ, ਉਹ ਸਭ ਖੁਦਾ ਦੇ ਕੋਲ ਛੱਡ ਦੇਣਾ, ਕਿਉਂਕਿ ਪ੍ਰਭੂ ਕਹਿੰਦਾ ਹੈ ਕਿ ਮੈਂ ਆਪਣੇ ਲੋਕਾਂ ਨੂੰ ਸੁਨਸਾਨ ਥਾਂ ਵਿੱਚ ਇਕੱਲਿਆਂ ਨਹੀਂ ਛੱਡਾਂਗਾ, ਮੈਂ ਇਹਨਾਂ ਦੇ। ਉਹੀ ਜਿਉਂਦਾ ਖੁਦਾ ਸਾਨੂੰ ਕਹਿੰਦਾ ਹੈ, ਹਿੰਮਤ ਰੱਖੋ, ਹੌਸਲਾ ਰੱਖੋ, ਅੱਗੇ ਵਧੋ। ਮੁਸ਼ਕਲਾਂ ਆਉਣਗੀਆਂ, ਡੋਂਟ ਵਰੀ। ਬਹੁਤ ਖੁਸ਼ੀਆਂ ਆਉਣਗੀਆਂ, ਮਦਹੋਸ਼ ਨਹੀਂ ਹੋਣਾ। ਨਾ ਮਦਹੋਸ਼ ਹੋਣਾ, ਨਾ ਡਰਨਾ। ਬਸ ਖੁਦਾ ਦੇ ਉੱਤੇ ਆਪਣੇ ਆਪ ਨੂੰ ਟਿਕਾ ਕੇ ਰੱਖਣਾ, ਆਪਣੇ ਵਿਸ਼ਵਾਸ ਨੂੰ ਕਾਇਮ ਰੱਖਣਾ, ਤੇ ਖੁਦਾ ਸਾਡੇ ਰਾਹੀਂ ਬਹੁਤ ਸਾਰੇ ਰੂਹਾਂ ਨੂੰ ਆਪਣੀ ਸੱਚੀ ਪਾਕ ਕੈਥੀ ਕਲੀਸਿਆ ਦੇ ਵਿੱਚ
ਜੋੜੇਗਾ ਤੇ ਹਰ ਕਿਸੇ ਨੂੰ ਆਪਣੇ ਉਸ ਰੂਹਾਨੀ ਅਤੇ ਇਖਤਿਆਰੀ ਅਤੇ ਸਵਰਗੀ ਭੋਜ ਦੇ ਵਿੱਚ ਸਭ ਨੂੰ ਸੱਦਾ ਦੇਵੇਗਾ ਤੇ ਜਿਸ ਦੀ ਯਾਦਗਾਰੀ ਅਤੇ ਜਿਸ ਨੂੰ ਅਸੀਂ ਯੋਗ ਢੰਗ ਦੇ ਨਾਲ ਇਸ ਪਾਕ ਮਾਸ ਦੇ ਵਿੱਚ ਕਬੂਲ ਕਰ ਰਹੇ ਹਾਂ। ਤੇ ਆਓ ਅਸੀਂ ਸਾਰੇ ਇਸ ਖਾਸ ਮੰਤਵ ਦੇ ਨਾਲ, ਇਸ ਵਿਚਾਰ ਦੇ ਨਾਲ ਖੁਦਾ ਧੰਨਵਾਦ ਕਰੀਏ ਕਿ ਖੁਦਾ ਨੇ ਸਾਨੂੰ ਆਪਣੇ ਵਚਨ ਦੇ ਨਾਲ ਨਿਹਾਲ ਕੀਤਾ ਹੈ। ਆਪਣੇ ਵਿਰਸੇ ਲਈ ਧੰਨਵਾਦ ਕਰਦੇ ਹੋਏ ਆਓ ਸਾਰੇ ਖੜੇ ਹੋ ਕੇ ਆਪਣੇ ਵਿਸ਼ਵਾਸ ਦਾ ਪ੍ਰਗਟਾਵਾ ਕਰਾਂਗੇ। ਰਸੂਲਾਂ ਦਾ ਕਲਮਾ। आसमान पे जमीन का पैदा करने वाला है, मैं यीशु मसीह को मान रखता हूँ, मेरा इकलौता बेटा जिसका खुदावंद है, वो रूपा कुंवारी मरियम ने गर्भ विश्वास जो उसको जन्मा, उसने पैंतीस पिलातुस से हाथ उठाया, सलीब पे चढ़ाया गया, मारा गया, दफनाया गया, मरने पे चाल गया, तीसरे दिन मुर्दों में छोड़ दिया, आसमान पे चढ़ गया, खुदा बाप की इज्जत वाले से जगह जितो जिंदा मुर्दों के साथ लगे मैं माला करता रूपा कुत्ते एक बार कहती हूँ मिसिया पापों का निशान कर गुनाह माफ किए जिसम ते हमेशा जिंदगी के लिए आमीन। मसीह विच प्रभु यीशु मसीह का कहना है मंगो ਤੁਹਾਨੂੰ ਦਿੱਤਾ ਜਾਵੇਗਾ। ਜਿਸ ਤਰ੍ਹਾਂ ਪ੍ਰਭੂ ਯੀਸ਼ੂ ਨੇ ਅੱਜ ਅੰਜੀਲ ਵਿੱਚ 5000 ਲੋਕਾਂ ਨੂੰ ਤ੍ਰਿਪਤ ਕੀਤਾ, ਕਹਿੰਦਾ ਹੈ ਮੇਰੇ ਕੋਲ ਆਓ, मैं किसी ने भी भूखा या प्यासा जान ਲਈ नहीं देवांगा। ਆਓ ਅਸੀਂ ਆਪਣੀ ਜ਼ਰੂਰਤਾਂ ਨੂੰ, ਆਪਣੀ ਲੋੜਾਂ ਨੂੰ ਉਸ ਮਹਾਨ ਪ੍ਰਭੂ ਯੀਸ਼ੂ ਮਸੀਹ ਦੇ ਅੱਗੇ ਰੱਖੀਏ ਅਤੇ ਸਾਡਾ ਅਨੁਵਚਨ ਹੋਵੇਗਾ। ਸਾਡੀ ਲੈ ਪ੍ਰਭੂ ਸਾਨੂੰ ਆਸ਼ੀਸ਼ ਦੇ ਪ੍ਰਭੂ, ਸਾਡੀ ਦੁਆ ਸੁਣ ਲੈ ਪ੍ਰਭੂ, ਸਾਨੂੰ आशीष दे प्रभु। ਅਸੀਂ ਆਪਣੇ ਸੰਤ ਪਾਪਾ, ਆਪਣੇ ਬਿਸ਼ਪ ਸਾਹਿਬ, ਫਾਦਰ ਸਾਹਿਬਾਨਾਂ, ਮੁਨਾਦਾ ਲਈ ਦੁਆ ਕਰੀਏ ਕਿ ਉਹ ਰੂਹ ਪਾਕ ਦੀ ਪ੍ਰੇਰਣਾ ਦੇ ਮੁਤਾਬਕ ਚੱਲ ਕੇ ਨਿਸਵਾਰਥ ਭਾਵ ਨਾਲ ਸੁਭ ਸਮਾਚਾਰ ਦਾ ਐਲਾਨ ਕਰਨ। ਅਨੁਵਚਨ। ਸਾਡੀ ਦੁਆ ਸੁਣ ਲੈ ਪ੍ਰਭੂ, ਸਾਨੂੰ ਆਸ਼ੀਸ਼ ਦੇ ਪ੍ਰਭੂ। ਅਸੀਂ ਆਪਣੇ ਮਸੀਹ ਭਾਈਚਾਰੇ ਲਈ ਪ੍ਰਾਰਥਨਾ ਕਰੀਏ ਕਿ ਉਹ ਪਾਕ ਅੰਜੀਲ ਦੇ ਪ੍ਰਸਾਰ ਵਿੱਚ ਪੂਰਨ ਤਰੀਕੇ ਨਾਲ ਸਮਰਪਿਤ ਹੋ ਕੇ ਅਸੀਂ ਆਪਣੇ ਫਾਦਰਾਂ ਦੀ ਸਹਾਇਤਾ ਕਰੀਏ। ਅਨੁਵਚਨ। ਸਾਡੀ ਦੁਆ ਸੁਣ ਲੈ ਪ੍ਰਭੂ, ਸਾਨੂੰ ਆਸ਼ੀਸ਼ ਦੇ ਪ੍ਰਭੂ। ਅਸੀਂ ਇੱਥੇ ਹਾਜ਼ਰ ਸੰਗਤ ਦੇ ਲਈ ਇੱਕ ਦੂਜੇ ਲਈ ਦੁਆ ਕਰੀਏ ਕਿ ਹਰ ਸਮੇਂ ਕਮਾਂਡ ਬਦਲੇ ਦੀ ਭਾਵਨਾ ਤੇ ਪਾਪਾਂ ਦੀ ਗੁਲਾਮੀ ਤੋਂ ਆਜ਼ਾਦ ਹੋ ਕੇ ਆਨੰਦ ਭਰਿਆ ਜੀਵਨ ਗੁਜ਼ਾਰ ਸਕੀਏ। ਅਨੁਵਚਨ। ਸਾਡੀ ਦੁਆ ਸੁਣ ਲੈ ਪ੍ਰਭੂ, ਸਾਨੂੰ ਆਸ਼ੀਸ਼ ਦੇ ਪ੍ਰਭੂ। ਅਸੀਂ ਆਪਣੀ ਪੈਰਿਸ਼ ਦੇ ਹਰ ਇੱਕ ਪਰਿਵਾਰ ਲਈ ਵੀ ਦੁਆ ਕਰੀਏ ਜੋ ਕਈ ਤਰ੍ਹਾਂ ਦੀਆਂ ਮੁਸੀਬਤਾਂ ਪਰੇਸ਼ਾਨੀਆਂ ਵਿੱਚ ਫਸੇ ਨੇ। ਆਪਣੀ ਬਰਕਤ ਤੇ ਫਜ਼ਲ ਨਾਲ ਭਰਪੂਰ ਕਰੇ ਤੇ ਸ਼ਾਂਤੀ ਦਾ ਵਰਦਾਨ ਬਖਸ਼ੇ। ਅਨੁਵਚਨ। ਸਾਡੀ ਦੁਆ ਸੁਣ ਲੈ ਪ੍ਰਭੂ, ਸਾਨੂੰ ਆਸ਼ੀਸ਼ ਦੇ ਪ੍ਰਭੂ। ਅਸੀਂ ਖਾਸ ਕਰਕੇ ਪ੍ਰਾਰਥਨਾ ਕਰਦੇ ਹਾਂ ਦਸੂਹਾ ਚਰਚ ਦੇ ਵਾਸਤੇ, ਪੱਲੀ ਪ੍ਰੋਹਿਤ ਦੇ ਵਾਸਤੇ, ਸਾਰੇ ਸਿਸਟਰਾਂ ਦੇ ਵਾਸਤੇ, ਮੁਨਾਦਾ ਦੇ ਵਾਸਤੇ, ਸਾਰੀ ਕਲੀਸਿਆ ਦੇ ਵਾਸਤੇ ਕਿ ਸੱਚਮੁੱਚ ਪ੍ਰਭੂ ਆਪਣਾ ਸ਼ਕਤੀਸ਼ਾਲੀ ਹੱਥ ਵਧਾ ਕੇ ਦਸੂਹਾ ਚਰਚ ਨੂੰ ਹੋਰ ਵੀ ਜ਼ਿਆਦਾ ਆਸ਼ੀਸ਼ ਅਤੇ ਬਰਕਤ ਦੇਵੇ, ਆਪਣਾ ਆਸ਼ੀਰਵਾਦ ਦੇਵੇ ਤਾਂ ਕਿ ਇਹ ਕਲੀਸਿਆ ਹੋਰ ਵੀ ਜ਼ਿਆਦਾ ਅੱਗੇ ਵਧੇ ਖੁਦਾ ਦੇ ਕੰਮਾਂ ਦੇ ਵਿੱਚ, ਖੁਦਾ ਦੇ ਨਾਂ ਦੇ ਵਿੱਚ, ਖੁਦਾ ਦੇ ਵਿਸ਼ਵਾਸ ਦੇ ਵਿੱਚ। ਇਸ ਲਈ ਅਸੀਂ ਪ੍ਰਾਰਥਨਾ ਕਰੀਏ। ਸਾਡੀ ਦੁਆ ਸੁਣ ਲੈ ਪ੍ਰਭੂ, ਸਾਨੂੰ ਆਸ਼ੀਸ਼ ਦੇ ਪ੍ਰਭੂ। ਆਓ
माँ मरियम की सिफारिश मंगते हुए आओ के आके सलामे मरियम पूरी कुदरत वाले खुदा बाप ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੇ ਉਸਤੇ ਵਡਿਆਈ ਦੇ ਲਈ ਨਾਲੇ ਸਾਡੇ ਸਾਰੇ ਪਾਪ ਤੇ ਵਿਸਰੇ ਦੇ ਭਲੇ ਲਈ ਕਬੂਲ ਕਰੇ। हे खुदा अपने ਮਿਹਰ ਨਾਲ ਇਹਨਾਂ ਨਜ਼ਰਾਨਿਆਂ ਨੂੰ ਪਾਕ ਕਰ ਜੋ ਅਸੀਂ ਤੈਨੂੰ ਚੜਾਉਂਦੇ ਹਾਂ। ਸਾਡੀ ਸਾਰੀ ਜ਼ਿੰਦਗੀ ਨੂੰ ਕਬੂਲ ਕਰਕੇ ਉਸ ਨੂੰ ਆਪਣੇ ਲਈ ਇੱਕ ਸਦੀ ਵੀ ਨਜ਼ਰਾਨੇ ਵਿੱਚ ਬਦਲ ਦੇ ਤਾਂ ਜੋ ਅਸੀਂ ਇਸ ਕੁਰਬਾਨੀ ਦੇ ਲੈ ਯਿਸੂ ਮਸੀਹ ਨਾਲ ਜੁੜੇ ਰਹੀਏ ਜਿਸ ਦੀ ਇੱਕੋ ਇੱਕ ਕੁਰਬਾਨੀ ਤੈਨੂੰ ਪ੍ਰਵਾਨਯੋਗ ਹੈ। ਉਹ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਸ ਲਈ ਯੋਗ ਹੈ। हे प्रभु पवित्र बाप पूरी कुदरत वाले ਅਤੇ ਅਕਾਲ ਖੁਦਾ ਇਹ ਸੱਚਮੁੱਚ ਸਗੀ ਅਤੇ ਯੋਗ ਹੈ ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਮਸੀਹ ਦੇ ਜਨਮ ਦੇ ਰਾਹੀਂ ਅਸੀਂ ਮੁੜ ਜੰਮੇ ਹਾਂ। ਉਸ ਦੇ ਦੁੱਖ ਤਸੀਹਾਂ ਦੁਆਰਾ ਅਸੀਂ ਪਾਪਾਂ ਤੋਂ ਆਜ਼ਾਦ ਹੋ ਗਏ ਹਾਂ। ਉਸ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਰਾਹੀਂ ਅਸੀਂ ਸਦੀ ਵੀ ਜੀਵਨ ਲਈ ਜਿਵਾਹੇ ਜਾਂਦੇ ਹਾਂ। ਉਸ ਦੇ ਅਸਮਾਨ ਉਤੇ ਚੜ ਕੇ ਤੇਰੇ ਸੱਜੇ ਹੱਥ ਬੈਠਣ ਨਾਲ ਅਸੀਂ ਤੇਰੀ ਸਵਰਗੀ ਬਾਦਸ਼ਾਹਤ ਵਿੱਚ ਦਾਖਲ ਹੁੰਦੇ ਹਾਂ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗਤੀ ਧਿਆਨ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। खुदावंद है सदा आपा पाप रिश्ते गौर सदा आपा पाप खुदावंद है सदा आपा पाप रिश्ते गौर सदा खुदावंद सदा खुदावंद सदा खुदावंद सदा लश्करां दा खुदा Farishte
दे नाते होसाना 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 होसाना। पाक 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 खुदावंद है सदा, पाक 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 फरिश्तेगण सदा। खुदावंद सदा, खुदावंद सदा, खुदावंद सदा, लश्करां दा खुदा। खुदावंद सदा, खुदावंद सदा, खुदावंद सदा, लश्करां दा खुदा। पाक 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 खुदावंद है सदा, पाक 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 फरिश्तेगण सदा। हे प्रभु, तू सचमुच पवित्र है अते ये सही है कि तेरी सारी सृष्टि तेरी वडियाई करे। तेरे बेटे साढ़े प्रभु यीशु मसीह दे राही अते रूपाती कुदरत नाल तू सारे संसार ਨੂੰ ਜੀਵਨ ਬਖਸ਼ਦਾ ਅਤੇ ਪਾਕ ਕਰਦਾ ਹੈ। ਤੂੰ ਲਗਾਤਾਰ ਆਪਣੇ ਲਈ ਪ੍ਰਜਾ ਇਕੱਠੀ ਕਰਦਾ ਰਹਿੰਦਾ ਹੈ ਤਾਂ ਜੋ ਚੜ੍ਹਦੇ ਸੂਰਜ ਤੋਂ ਲੈ ਕੇ ਰਹਿੰਦੇ ਤੱਕ ਇੱਕ ਸ਼ੁੱਧ ਕੁਰਬਾਨੀ ਤੇਰੇ ਪਵਿੱਤਰ ਨਾਮ ਲਈ ਚੜਾਈ ਜਾਵੇ। ਇਸ ਲਈ ਇਹ ਪ੍ਰਭੂ ਅਸੀਂ ਹਲੀਮੀ ਨਾਲ ਤੇਰੇ ਅੱਗੇ ਮਿਹਨਤ ਕਰਦੇ ਹਾਂ ਕਿ ਆਪਣੇ ਮਿਹਰ ਨਾਲ ਉਸ ਰੂਪਾਕ ਦੀ ਰਾਹੀ ਇਹਨਾਂ ਨਜ਼ਰਾਂ ਨੂੰ ਪਵਿੱਤਰ ਕਰ ਜੋ ਅਸੀਂ ਤੇਰੇ ਪਾਕ ਹਜ਼ੂਰੀ ਵਿੱਚ ਲੈ ਕੇ ਆਏ ਹਾਂ ਤਾਂ ਜੋ ਇਹ ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ ਜਿਸ ਦੇ ਹੁਕਮ ਨਾਲ ਅਸੀਂ ਇਹਨਾਂ ਭੇਦਾਂ ਨੂੰ ਮਨਾਉਂਦੇ ਹਾਂ। जिस रात उसका विश्वासघात किया गया उसने रोटी ली अते तेरा धन्यवाद कर दिया, बरकत दी, रोटी तोड़ी अते अपने चेलियां नूं दिती ए कहंदे होए तुसी सारे ये लवो अते इस विचों खाओ क्यों जो ये मेरा बदन है जिहड़ा तुहाडे लई कुर्बान किया जावेगा। इसी तरह भोजन के बाद उसने प्याला लिया, फिर धन्यवाद कर दिया, बरकत दी, प्याला अपने चेलियां नूं दिता, ये कहंदे होए तुसी सारे ये लवो अते इस विचों पीओ क्यों जो ये मेरे लहू दा प्याला है, नवे अते सदीवी नेम दा लहू जो तुहाडे अते बहुतियां वास्ते गुनाहां दी माफ लई वहाया जावेगा। मेरी याद विच ये करिया करो। ईमान दा भेद मसीहा मर गया है, मसीहा जी उठया है, मसीहा महिमा के नाल आसमानों फिर आवेगा। इसलिए ये प्रभु अस तेरे बेटे दे मुक्तगारी दुर्भोग उसते जलाली जी उठन अते स्वर्ग विच चढ़ जाण दी यादगार मनाउंदे हां अते उस दूजी वारी आउण नूं उड़कते होए तेरा धन्यवाद कर दिया ये जीवदी अते पवित्र कुर्बानी तैनूं चढ़ाउंदे हां। ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਆਪਣੇ ਕਲੀਸਿਆ ਦੇ ਚੜਾਵੇ ਉਤੇ ਨਜ਼ਰ ਕਰ ਅਤੇ ਇਸ ਕੁਰਬਾਨ ਹੋਈ ਲੇਲੇ ਨੂੰ ਪਹਿਚਾਨ ਜਿਸ ਦੀ ਕੁਰਬਾਨੀ ਤੋਂ ਰਾਜੀ ਹੋ ਕੇ ਤੂੰ ਸਾਡਾ ਆਪਣੇ ਨਾਲ ਮੇਲ ਕਰਾਇਆ ਹੈ। ਬਖਸ਼ ਦੇ ਕਿ ਅਸੀਂ ਤੇਰੇ ਬੇਟੇ ਦੇ ਬਦਨ ਅਤੇ ਲਹੂ ਨਾਲ ਸਜਾਏ ਹੋਈਏ ਅਤੇ ਉਸ ਦੇ ਰੂਪ ਆਪ ਨਾਲ ਭਰਪੂਰ ਹੋ ਕੇ ਮਸੀਹ ਦੇ ਵਿੱਚ ਇੱਕ ਸਰੀਰ ਅਤੇ ਇੱਕ ਰੂਹ ਬਣ ਜਾਈਏ। ਉਹ ਸਾਨੂੰ ਤੇਰੇ ਲਈ ਇੱਕ ਸਦੀਵੀ ਨਜ਼ਰਾਨਾ ਬਣਾਵੇ ਤਾਂ ਜੋ ਅਸੀਂ ਤੇਰੇ ਚੁਣਿਆ ਹੋਇਆਂ ਦੇ ਨਾਲ ਖਾਸ ਕਰਕੇ ਧੰਨ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ ਤੇਰੇ ਧੰਨ ਰਸੂਲਾਂ ਦੇ ਨਾਲ ਤੇਜਸਵੀ ਸ਼ਹੀਦਾਂ ਦੇ ਨਾਲ ਸੰਤ ਐਂਥਨੀ ਅਤੇ ਤੇਰੇ ਸਾਰੇ ਸੰਤਾਂ ਦੇ ਨਾਲ ਉਹਨਾਂ ਦੇ ਵਿਰਸੇ ਦੇ ਵਾਰਿਸ ਬਣ ਜਾਈਏ
ਇਹਨਾਂ ਵੱਲੋਂ ਤੇਰੀ ਹਜ਼ੂਰੀ ਦੇ ਵਿੱਚ ਲਗਾਤਾਰ ਕੀਤੀ ਜਾਣ ਵਾਲੀ ਸਿਫਾਰਿਸ਼ ਦੀ ਯਕੀਨੀ ਮਦਦ ਦੇ ਉੱਤੇ ਅਸੀਂ ਭਰੋਸਾ ਰੱਖਦੇ ਹਾਂ। ਐ ਪ੍ਰਭੂ, ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਮੁੜ ਮਿਲਾਪ ਦੀ ਇਹ ਕੁਰਬਾਨੀ ਸਭ ਦੁਨੀਆ ਦੀ ਸ਼ਾਂਤੀ ਅਤੇ ਮੁਕਤੀ ਲਈ ਅਸਰਦਾਇਕ ਹੋਵੇ। ਤੂੰ ਕਿਰਪਾ ਕਰਕੇ ਇਸ ਧਰਤੀ ਉੱਤੇ ਫੈਲੀ ਆਪਣੀ ਯਾਤਰੀ ਕਲੀਸਿਆ ਨੂੰ, ਆਪਣੇ ਸੇਵਕ ਸਾਡੇ ਸੰਤ ਪਾਪਾ ਫਰਾਂਸਿਸ ਨੂੰ, ਸਾਡੇ ਬਿਸ਼ਪ ਐਗਨਾਲੋ ਨੂੰ, ਕੁੱਲ ਦੁਨੀਆ ਦੇ ਬਿਸ਼ਪਾਂ, ਪੁਰੋਹਿਤਾਂ ਅਤੇ ਸਭ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਆਪਣਾ ਬਣਾ ਲਿਆ ਹੈ, ਈਮਾਨ ਅਤੇ ਪਿਆਰ ਵਿੱਚ ਮਜ਼ਬੂਤ ਬਣਾਉਣ ਦੀ ਮਿਹਰਬਾਨੀ ਕਰ। ਕਿਰਪਾ ਕਰਕੇ ਇਸ ਪਰਿਵਾਰ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰ ਜਿਸ ਨੂੰ ਤੂੰ ਆਪਣੇ ਸਾਹਮਣੇ ਸੱਦਣ ਦੀ ਮਿਹਰ ਕੀਤੀ ਹੈ। ਐ ਦਿਆਲੂ ਬਾਪ, ਸੰਸਾਰ ਭਰ ਵਿੱਚ ਖਿਲਰੇ ਹੋਏ ਆਪਣੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠੇ ਕਰਨ ਦੀ ਕਿਰਪਾ ਕਰ। ਸਾਡੇ ਮਰੇ ਹੋਏ ਭੈਣ ਭਰਾਵਾਂ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਤੈਨੂੰ ਖੁਸ਼ ਕਰਦਿਆਂ ਇਸ ਸੰਸਾਰ ਵਿੱਚੋਂ ਚਲਾਣਾ ਕਰ ਗਏ ਹਨ, ਮਿਹਰ ਨਾਲ ਆਪਣੇ ਰਾਜ ਵਿੱਚ ਦਾਖਲ ਕਰ। ਉੱਥੇ ਅਸੀਂ ਵੀ ਤੇਰੀ ਸ਼ਾਨ ਦੀ ਖੁਸ਼ੀ ਵਿੱਚ ਸਦਾ ਨਿਹਾਲ ਰਹਿਣ ਦੀ ਉਮੀਦ ਰੱਖਦੇ ਹਾਂ। ਉਸ ਦੇ ਰਾਹੀ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਇਹ ਖੁਦਾ ਪੁਰਗ ਦੁਆਲੇ ਬਾ ਰੂਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੈ, ਸਦਾ ਤੋਂ ਸਦਾ ਤੀਕ। ਆਮੀਨ। आओ ਅਸੀਂ ਸਾਰੇ ਮਿਲ ਕੇ ਖੁਦਾ ਬਾਪ ਦੇ ਅੱਗੇ ਪ੍ਰਾਰਥਨਾ ਕਰੀਏ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਇਆ ਹੈ। ਇਹ ਸਾਡੇ ਬਾਪ ਜਿਹੜਾ ਅਸਮਾਨ ਵਿੱਚ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੀ ਰੋਜ਼ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ। ਸਾਨੂੰ ਦੁਸ਼ਮਣ ਤੋਂ ਬਚਾ। हे प्रभु, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤਾ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਤੇ ਜਲਾਲ ਯੁਗ ਯੁਗ ਤੇਰਾ ਹੀ ਹੈ। हे प्रभु यीशु मसीह, तू अपने रसूलां ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਤੇ ਈਮਾਨ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਨਾਲ ਵੀ ਹੋਵੇ। ਅਸੀਂ ਆਪ ਵਿੱਚ ਸ਼ਾਂਤੀ ਦਾ ਸਲਾਮ ਦੇਈਏ। तेरे खुदा दे तू दुनिया दे गुनाह चुक रह जांदा है। ले खुदा दे खुदा दे सारे उते दया कर। ले खुदा दे तू दुनिया दे गुनाह चुक रह जांदा है। ले खुदा दे खुदा दे साडे उते दया कर। ले खुदा दे तू दुनिया दे गुनाह चुक रह जांदा है। ले खुदा दे सानू शांति प्रदान कर। ਦੇਖੋ ਖੁਦਾ ਦਾ ਲੇਲਾ, ਇਹਨੂੰ ਵੇਖੋ ਜਿਹੜਾ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ।
ਧੰਨ ਹਨ ਉਹ ਜਿਹੜੇ ਲੈਣ ਦੇ ਭੋਜਨ ਲਈ ਸੱਦੇ ਗਏ ਹਨ। ऐ प्रभु मैं योग्य नहीं हूँ कि तुम मेरी छत तले आवे, पर एक ही वचन आपका मेरे लिए चुनी हो जाएगी। ऐ मार्क मरियम तेरा प्यारा बेटा रोटी के रूप में साढ़े दिलों में छोड़ने वाला है, साढ़े लिए दुआ कर काम जैसी भी तेरे नाम को उसमें मनी है तैयार करिए। ऐसा दियो सब जिसका मसीह ਨੂੰ ਪਾਇਆ ਉਸੇ ਤਰ੍ਹਾਂ ਸਾਨੂੰ ਵੀ ਉਹਦੀ ਸੇਵਾ ਕਰਨੀ ਸਿਖਾ। ਆਮੀਨ। मेरे बदन में अति विश्वास अति सब बुराई साबत तो साफ रख मेरी मर्जी में ले अति अपनी मर्जी ते चला मेरी राह में ले अति दे विच रख ताज मैं तेनु कदी ना भुला मेरे अकल में ले तेनु बता ताज मैं तेनु कदी जाना अति प्यार कर आई तो कुर्सी दे मेरे मंजूर कर ऐ यीशु मेरे वाला मेरी सुन मैंने अपने जन्म में छुपा ले मैंने को वाक ना होंगे निशान है बचा अधमरण के वे मैंने अपने को बुला
मैं अपने मनों का हुक्म दे ताज जो मैं तेरे पाप लोगों का सदा दिखकर तेरी बड़ाई कर रहा। ਅਸੀਂ ਪ੍ਰਾਰਥਨਾ ਕਰੀਏ। हे ਪ੍ਰਭੂ, स्वर्ग ਦੀ ਰੋਟੀ ਨਾਲ ਤੂੰ ਆਪਣੇ ਲੋਕਾਂ ਨੂੰ ਰਜਾਇਆ ਹੈ। ਆਪਣੀ ਹਿਫਾਜ਼ਤ ਨਾਲ ਲਗਾਤਾਰ ਉਹਨਾਂ ਦਾ ਸਾਥ ਦੇ ਅਤੇ ਉਹਨਾਂ ਨੂੰ ਸਦੀਵੀ ਇਨਾਮ ਦੇ ਲਾਇਕ ਬਣਾ ਦੇ। ਸਾਡੇ ਪ੍ਰਭੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ ਬੇਟੇ ਦੇ ਰੂਪ ਆ ਤੁਹਾਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਅਰਪਣ ਕੀਤੀ ਗਈ ਹੈ ਮਸੀਹ ਦੀ ਜਾਈਏ। खुदा का शुक्र होवे। दुआ याद कर ऐ नहायत मेहरबान कुआरी मरियम, कई कदी नहीं सुनाया गया कोई भी तेरी पर न लाभदे तेरी मदद चाहते तेरी सिफारिश मांगदे तेथों खाली गया होवे। ऐ कुआरी कुआरी अति मेरी मां इस सली नाल तेरे कोल दसांदा हां, तेरे कोल खलो के मैं गुनाही रोंदा हां। मैं तेरा कलाम दी मां मेरा जन्म की ना जान सगों मेहरबाना सुन ते कबूल कर। पवित्र कुआरी मरियम शांति की रानी साडे लिए दुआ कर। भेंट चढ़ाए सच्चे रब दा शुक्र मनाए। धन्यवाद दी भेंट चढ़ाए सच्चे रब दा शुक्र मनाए। धन्यवाद धन्यवाद हालेलुया हालेलुया। बाप अते बेटे